ਗੱਲਾਂ ਕਰਨੀਆਂ ਵੀ ਨੇ, ਪੁੱਛਣੀਆਂ ਵੀ ਨੇ ਤੇ ਮੈਨੂੰ ਜਵਾਬ ਦੇਈ ਚੱਲਿਓ ਕੱਲੀ ਕੱਲੀ ਗੱਲ ਦਾ, ਤੇ ਜੋ ਮੈਨੂੰ ਤੁਸੀਂ ਹੁਕਮ ਕਰੋਗੇ ਤਾਂ ਮੈਂ। ਸੋ ਵੋਟਾਂ ਆ ਗਈਆਂ, ਹਰੇਕ ਪਾਰਟੀ ਆਪੋ ਆਪਣਾ ਦਫ਼ਤਰ ਖੋਲ ਰਹੀ ਹੈ, ਹਰੇਕ ਪਾਰਟੀ ਵੱਖੋ ਵੱਖ ਤਰੀਕੇ ਨਾਲ ਵੋਟਾਂ ਮੰਗ ਰਹੀ ਹੈ। ਸਾਡਾ ਵੀ ਫਰਜ਼ ਸੀ, ਅਸੀਂ ਵੀ ਦਫ਼ਤਰ ਖੋਲਿਆ, ਅਸੀਂ ਵੀ ਵੋਟਾਂ ਮੰਗਣ ਆਏ ਹਾਂ। ਪਰ ਗੱਲ ਇਹ ਹੈ ਕਿ ਸਾਡਾ ਵੋਟਾਂ ਮੰਗਣ ਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਜੋ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਦੁੱਖ ਭੋਗਿਆ, ਉਦੋਂ ਪਿਛਲੇ 5 ਸਾਲਾਂ ਦੇ ਵਿੱਚ ਦੁੱਖ ਭੋਗਿਆ, ਅਸੀਂ ਦੁਬਾਰੇ ਨਾ ਭੋਗੀਏ। ਤੇ ਮੈਂ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਹੈ ਕਿ ਜਿੰਨੇ ਬੰਦੇ ਸਾਡੇ ਆਪਸੀ ਫੁੱਟਾਂ ਕਰਕੇ ਉਰਾਂ ਪਰਾਂ ਹੋਏ ਖੜੇ ਨੇ, ਉਹਨੂੰ ਇੱਕ ਪੁਆਇੰਟ ਤੇ ਲੈ ਕੇ ਆਉਣਾ ਨੇ। ਤੇ ਅੱਜ ਕਿਤੇ ਨਾ ਕਿਤੇ, ਕਿਵੇਂ ਨਾ ਕਿਵੇਂ ਅਸੀਂ ਕਾਮਯਾਬ ਹੋਏ ਹਾਂ ਕਿ ਸਾਡੀ ਸਮੁੱਚੀ ਲੀਡਰਸ਼ਿਪ, ਸਾਡੇ ਸਾਰੇ ਬੰਦੇ ਪਿੰਡਾਂ ਦੇ ਵਿੱਚੋਂ, ਭੀਖੀ ਬਲਾਕ ਦੇ ਬੰਦੇ ਇੱਥੇ ਸਾਰੇ ਹਾਜ਼ਰ ਨੇ। ਮੈਂ ਤੁਹਾਨੂੰ ਇੰਨੀ ਗੱਲ ਕਹਿਣਾ, ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਸੀਨੀਅਰ ਹੋ ਇਸ ਫੀਲਡ ਦੇ ਵਿੱਚ, ਇਸ ਖੇਤਰ ਦੇ ਵਿੱਚ। ਤੁਸੀਂ ਸਾਰਾ ਕੁਝ ਇੱਥੇ ਦੇਖਿਆ ਹੋਇਆ। ਇੱਕ ਬਰਸਾਤੀ ਡੱਡੂ ਨਹੀਂ ਹੁੰਦੇ, ਲੀਡਰਾਂ ਦਾ ਕੰਮ ਹੁੰਦਾ ਬਰਸਾਤੀ ਡੱਡੂ ਵਾਂਗੂ ਛਾਲ ਮਾਰੀ, ਬਾਹਰ ਆਏ, ਫੇਰ ਗਾਇਬ ਹੋ ਗਏ। ਸਾਡੇ ਸਾਰਿਆਂ ਤੇ ਇਹ ਤਵਾ ਲੱਗਦਾ, ਸਾਡੇ ਮਾਨਸਲਾ ਤੇ ਵੀ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕਦੇ ਵੀ। ਤੇ ਇਹੀ ਕਾਰਨ ਰਿਹਾ ਸਾਡੇ ਨਾਲ ਦੁਰਵਿਵਹਾਰ ਦਾ, ਸਾਡੇ ਸ਼ੋਸ਼ਣ ਦਾ। ਸ਼ੋਸ਼ਣ ਕਿਵੇਂ? ਜਦੋਂ ਸਰਕਾਰ ਕਿਸੇ ਦੀ ਹੋਰ ਹੁੰਦੀ ਹੈ, ਬੰਦਾ ਕਿਸੇ ਦਾ ਹੋਰ ਜਿਤਾ ਆਉਂਦੇ ਆ। ਕਦੇ ਸਰਕਾਰ ਕਿਸੇ ਦੀ ਹੋਰ ਹੁੰਦੀ ਹੈ, ਕਿਸੇ ਦਾ ਹੋਰ ਜਿਤਾ ਆਉਂਦੇ ਆ। ਕਿਉਂ ਜਿਤਾਉਂਦੇ ਆ? ਕਿਉਂਕਿ ਅਸੀਂ ਸਾਡੇ ਵਾਲਿਆਂ ਤੋਂ ਅੱਕੇ ਹੋਏ ਆ। ਮੈਂ ਜਿੰਨੇ ਬੰਦਿਆਂ ਕੋਲੇ ਗਿਆ, ਸਾਰੇ ਬੰਦੇ ਕਹਿੰਦੇ ਯਾਰ ਸਾਡਾ ਕਿਸੇ ਨੇ ਕੁਝ ਨਹੀਂ ਕਰਿਆ। ਪਾਰਟੀਆਂ ਬਾਪੂ ਕਦੇ ਕਿਸੇ ਦਾ ਕੁਝ ਨਹੀਂ ਕਰਦੀਆਂ, ਪਰ ਪਾਰਟੀਆਂ ਦੇ ਵਿੱਚ ਕਈ ਚੰਗੇ ਬੰਦੇ ਹੁੰਦੇ ਨੇ, ਬੰਦੇ ਹੀ ਬੰਦੇ ਦਾ ਸਹਾਰਾ ਹੁੰਦੇ। ਜੇ ਆਪਾਂ ਕਹੀਏ ਵੀ ਕੋਈ ਪਾਰਟੀ ਕਿਸੇ ਨੂੰ ਘਰੋਂ ਜਾ ਕੇ ਉਹਦਾ ਕੋਈ ਦੁੱਖ ਮੜਾਊ, ਪਾਰਟੀ ਨਹੀਂ ਬਣਾਉਂਦੀ। ਆਖਰ ਨੂੰ ਕੋਈ ਇਨਸਾਨ ਜਿਹੜਾ ਚੰਗਾ ਆਗੂ ਹੋਊ ਉਹੀ ਟੱਚ ਕਰਦਾ। ਸੋ ਅਸੀਂ ਉਹ ਬੰਦੇ ਬਣਨਾ ਕਿ ਜਿਹੜੇ ਦੂਜਿਆਂ ਦਾ ਸਹਾਰਾ ਬਣੀਏ। ਅਸੀਂ ਉਹ ਬੰਦੇ ਬਣਨਾ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਉਹਨਾਂ ਦੇ ਦੁੱਖਾਂ ਨੂੰ ਵੰਡਾਉਣਾ ਸੀ। 31 ਸਾਲ ਹੋ ਗਏ ਸਾਡੇ ਏਰੀਏ ਨੂੰ ਹੋਂਦ ਵਿੱਚ ਆਏ ਨੂੰ, 31 ਸਾਲ ਹੋ ਗਏ ਸਾਡਾ ਜ਼ਿਲ੍ਹਾ ਅਨਾਉਂਸ ਹੋਏ ਨੂੰ, ਤੇ 31 ਸਾਲ ਹੋ ਗਏ ਸਾਡੇ ਦੁੱਖੜਿਆਂ ਨੂੰ। 31 ਸਾਲਾਂ ਦੇ ਵਿੱਚ 6 ਪਲਾਨ ਆ ਗਏ, ਤੇ 6 ਪਲਾਨਾਂ ਦੇ ਵਿੱਚੋਂ ਸਿਰਫ ਇੱਕ ਰਾਜ ਮੰਤਰੀ ਬਣਿਆ ਸਾਡਾ, ਤੇ ਉਹ ਵੀ 3 ਮਹੀਨਿਆਂ ਖਾਤਰ ਬਣਿਆ। ਸੋ ਇਹ ਸਾਡੀ ਤਰਾਸਦੀ ਹੈ, ਸਾਡੀ ਤਰਸਯੋਗ ਹਾਲਤ ਹੈ ਸਾਡੀ ਸੋਚ ਦੀ ਕਿ ਅਸੀਂ ਆਏ ਵਾਰੀ ਝੰਡਿਆਂ ਪਿੱਛੇ ਜ਼ਰੂਰ ਵੋਟਾਂ ਪਾਉਂਦੇ ਆ, ਬੰਦਿਆਂ ਪਿੱਛੇ ਵੋਟਾਂ ਨਹੀਂ ਪਾਉਂਦੇ। ਝੰਡੇ ਜ਼ਰੂਰੀ ਨੇ, ਹਰੇਕ ਪਾਰਟੀ ਝੰਡੇ ਰੱਖਦੀ ਹੈ, ਅਸੀਂ ਰੱਖਦੇ ਹਾਂ, ਅਸੀਂ ਵੀ ਰੱਖੇ ਨੇ। ਅਸੀਂ ਤਿਰੰਗੇ ਲਾਏ ਨੇ, ਕਿਸੇ ਨੇ ਯੈਲੋ ਕਲਰ ਦੇ ਲਾਏ ਨੇ, ਕਿਸੇ ਨੇ ਚਿੱਟੇ ਕਲਰ ਦੇ ਲਾਏ ਨੇ। ਪਰ ਉਹਨਾਂ ਨੂੰ ਇਹ ਗੱਲ ਜ਼ਰੂਰ ਪੁੱਛਣੀ ਬਣਦੀ ਹੈ ਕਿ ਝੰਡਿਆਂ ਦਾ ਮਤਲਬ ਕੀ ਹੈ? ਇਹ ਪਾਰਟੀਆਂ ਬਣੀਆਂ ਕਾਹਦੇ ਖਾਤਰ ਨੇ? ਇਹ ਵੋਟਾਂ ਪੈਂਦੀਆਂ ਕਿਉਂ ਨੇ? ਇਲੈਕਸ਼ਨ ਹੁੰਦੇ ਕਿਉਂ ਨੇ? ਇਹ ਸਾਡੇ ਸਮਾਜ ਨੂੰ, ਸਾਡੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਨੂੰ ਬਣਾਏ ਗਏ ਸੀ, ਪਰ ਅਸੀਂ ਇਹਨਾਂ ਪਿੱਛੇ ਲੜਨ ਲੱਗ ਗਏ। ਮੈਂ ਨਹੀਂ ਕਹਿੰਦਾ ਇੱਥੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਹੈ, ਮੈਂ ਸਾਰੇ ਲੋਕਾਂ ਦੇ ਵਿੱਚ ਜਦੋਂ ਕਿਤੇ ਇਕੱਠ ਹੁੰਦਾ, ਕਿਸੇ ਵਾਰਡ ਦਾ ਇਕੱਠ ਹੁੰਦਾ, ਪਿੰਡ ਦਾ ਇਕੱਠ ਹੁੰਦਾ, ਮੈਂ ਕਹਿਣਾ ਜ਼ਰੂਰੀ ਹੈ ਪਾਰਟੀਬਾਜ਼ੀ ਵੀ, ਪਰ ਉਹਨੂੰ ਚੰਗੇ ਕੰਮ ਲਈ ਵਰਤੀਏ। ਅੱਜ ਸਾਡੇ ਤੇ ਸਾਡੀਆਂ ਆਪਸੀ ਫੁੱਟਾਂ ਕਰਕੇ ਸਾਡੇ ਸਿਰ ਤੇ ਬਗਾਨੇ ਬੰਦੇ ਬੈਠੇ ਨੇ, ਤੇ ਉਹ ਛਾਲਾਂ ਮਾਰ ਰਹੇ ਨੇ ਵੀ ਅਸੀਂ ਪਤਾ ਨਹੀਂ ਕੀ ਕਰ ਦਿਆਂਗੇ। ਸਾਡੀ ਤਾਂ ਜੀ ਹਵਾ ਹੈ। ਹਵਾ ਤਾਂ ਪੋਸਟਰ ਫਲੈਕਸਾਂ ਨਾਲ ਬਣ ਜਾਂਦੀ ਹੈ, ਝੰਡੀਆਂ ਨਾਲ ਬਣ ਜਾਂਦੀ ਹੈ, ਪਰ ਸੱਚ ਦੀ ਜਦੋਂ ਵੀ ਆਉਂਦੀ ਹੈ ਹਨੇਰੀ ਆਉਂਦੀ ਹੈ। ਤੇ ਹਨੇਰੀ ਮੂਰੇ ਕਦੇ ਪੋਸਟਰ ਝੰਡੀਆਂ ਹੀ ਉੱਡ ਜਾਂਦੇ ਹੁੰਦੇ ਨੇ, ਤੇ ਨਾ ਕਿਸੇ ਦੀ ਹਵਾ ਖੜਦੀ ਹੈ। ਇਹ ਹਵਾ ਬਣਾਉਣ ਵਾਲੇ ਲੋਕ ਕੌਣ ਨੇ? ਇਹ ਹਵਾ ਬਣਾਉਣ ਵਾਲੇ ਲੋਕ ਸਾਡੇ ਆਪਦੇ ਹੀ ਨੇ, ਜਿਹੜੀਆਂ ਸਾਡੀਆਂ ਆਪਸੀ ਫੁੱਟਾਂ ਦਾ ਫਾਇਦਾ ਚੱਕ ਕੇ ਸਾਡੇ ਸਿਰ ਤੇ ਬਹਿ ਜਾਂਦੇ ਨੇ, ਤੇ ਫਿਰ ਜਦੋਂ ਜਿੱਤ ਜਾਂਦੇ ਨੇ ਫਿਰ ਕਹਿੰਦੇ ਆ ਇਹ ਤਾਂ ਸਾਡੀ ਕਿਸਮਤ ਸੀਗੀ ਜੀ, ਅਸੀਂ ਜਿੱਤ ਗਏ। ਪਿਛਲੀ ਵਾਰੀ ਅਸੀਂ ਅੱਡੋ ਪਾਰਟੀ ਹੋ ਕੇ ਆਪਣਾ ਨੁਕਸਾਨ ਕਰਵਾਇਆ, ਉਹ ਤੋਂ ਪਿਛਲੀ ਵਾਰੀ ਵੀ ਅਸੀਂ ਅੱਡੋ ਪਾਰਟੀ ਹੋਏ, ਸਾਡਾ ਨੁਕਸਾਨ ਹੋਇਆ। ਦੂਜਿਆਂ ਹਲਕਿਆਂ ਦੇ ਵਿੱਚ ਸਰਕਾਰ ਆਈ ਤੇ ਉਹਨਾਂ ਦੇ ਬੰਦੇ ਜਿੱਤੇ, ਉਹਨਾਂ ਦੇ ਰਾਜ ਮੰਤਰੀ ਬਣੇ, ਉਹਨਾਂ ਦੇ ਕੈਬਨਿਟ ਮੰਤਰੀ ਬਣੇ। ਸਾਡੇ ਕੀ ਪਿੱਛੂ ਪਏ ਹੈ? ਸਾਡਾ ਬੰਦਾ ਕਿਉਂ ਨਹੀਂ ਜਿੱਤਦਾ? ਸਾਡੇ ਵਾਲੇ ਕਿਉਂ ਨਹੀਂ ਇਕੱਠੇ ਹੁੰਦੇ? ਕਿ ਸਾਰੀ ਜ਼ਿੰਦਗੀ ਆਪਾਂ ਐਂ ਮਰੀ ਜਾਣਾ ਲੜ ਲੜ? ਕਿ ਸਾਰੀ ਜ਼ਿੰਦਗੀ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਹੀ ਨਹੀਂ ਸਕਦੇ?
ਕੀ ਸਾਰੀ ਜ਼ਿੰਦਗੀ ਸਾਡਾ ਸ਼ੋਸ਼ਣ ਐਂ ਹੁੰਦਾ ਰਹੂ? ਮੇਰਾ ਜਵਾਬ ਇਸ ਗੱਲ ਲਈ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਦੇ ਘਰ ਦਾ ਆਪ ਨਹੀਂ ਸੋਚਾਂਗੇ, ਬਗਾਨਾ ਕਦੇ ਸੋਚਣ ਨੂੰ ਨਹੀਂ ਆਊਗਾ। ਬਗਾਨੇ ਤਾਂ ਤੁਰੇ ਫਿਰਦੇ ਆ ਪਿੰਡਾਂ 'ਚ, ਉਹ ਤਾਂ ਜੀ ਕਮਜ਼ੋਰ ਨੇ, ਚਲੋ ਤੁਸੀਂ ਸਾਡੇ ਨਾਲ ਰਲੋ, ਚਲੋ ਰਲ ਜਾਓ। ਰਲ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਰੋਗੇ, ਤੁਹਾਡੇ ਅੱਲੇ ਪੱਲੇ ਕੀ ਹੈ, ਕੀ ਬਦਲ ਦਿਓਗੇ ਤੁਸੀਂ, ਤੁਹਾਡਾ ਬਲੂਪ੍ਰਿੰਟ ਕੀ ਹੈ, ਕਿਹੜੇ ਬੰਦੇ ਨਾਲ ਤੁਹਾਡੀ ਜਾਣ ਪਛਾਣ ਹੈ, ਕੀ ਤੋਂ ਤੁਸੀਂ ਕੀ ਕਰਵਾਓਗੇ? ਜਵਾਬ ਨਹੀਂ ਹੋਣਾ। ਰੁੱਸ ਕੇ ਕਿਸੇ ਮਸਲੇ ਦਾ ਹੱਲ ਨਹੀਂ ਮੇਰਾ ਭਰਾ। ਜੇ ਆਪਦਾ ਘਰ ਛੱਡ ਕੇ 2 ਦਿਨ ਗਵਾਂਢੀਆਂ ਦੇ ਘਰੇ ਬਹਿ ਜਾਓਗੇ, ਉਹ 2 ਦਿਨ ਬਿਠਾਊਗਾ, ਤੀਜੇ ਦਿਨ ਮਾਰੂਗਾ ਲੱਤ ਵੀ, ਚੱਲ ਬਈ ਆਪਦੇ ਘਰੇ। ਬਗਾਨਾ ਕੋਈ ਨਹੀਂ ਪੁੱਛਦਾ। ਸੋ ਹੱਥ ਬੰਨ ਕੇ ਬੇਨਤੀ ਹੈ, ਜਥੇਬੰਦ ਹੋ ਜਾਓ, ਇਕੱਠੇ ਹੋ ਜਾਓ। ਇਕੱਠੇ ਰਵਾਂਗੇ ਤਾਂ ਮੁੱਲ ਹੈ। ਅੱਡੋ ਅੱਡ ਤਾਂ ਨਹੀਂ, ਆਪੋ ਆਪਣਾ ਘਰ ਸਾਰੇ ਚੱਲੀ ਜਾਂਦੇ, ਜਿਵੇਂ ਡਾਂਗਾ ਪਹਿਲਾਂ ਪਈ ਜਾਂਦੀਆਂ ਉਵੇਂ ਹੁਣ ਪਈ ਜਾਣਗੀਆਂ। ਤਰਾਸਦੀ ਹੈ। ਸਾਡੇ ਸਰਪੰਚਾਂ ਨੂੰ ਜਦੋਂ ਮੈਂ ਮਿਲਦਾ, ਉਹ ਕਹਿੰਦੇ ਜੀ ਦੂਜਿਆਂ ਦੇ ਕੰਮ ਪਹਿਲਾਂ ਹੋ ਜਾਂਦਾ, ਸਾਡੀ ਸਰਕਾਰ ਆ, ਸਾਡਾ ਕੰਮ ਹੀ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਕੰਮ? ਕਿਉਂਕਿ ਤੁਸੀਂ ਵੋਟਾਂ ਨਹੀਂ ਪਾਈਆਂ, ਕਿਉਂਕਿ ਸਾਡਾ ਬੰਦਾ ਨਹੀਂ ਜਿੱਤਿਆ। ਜੇ ਸਾਡਾ ਬੰਦਾ ਜਿੱਤਿਆ ਹੁੰਦਾ ਤਾਂ ਸਾਡੇ ਕੰਮ ਵੀ ਹੁੰਦੇ। ਬੰਦੇ ਕਿਹਨੇ ਜਿੱਤਿਆਉਣੇ ਆ? ਅਸੀਂ ਆਪ ਨਹੀਂ ਜਿੱਤਿਆਉਣੇ ਆ। ਆਪ ਅਸੀਂ ਉਦੋਂ ਦੂਜੀਆਂ ਝੰਡੀਆਂ ਫੜੀ ਖੜੇ ਹੁੰਦੇ ਆ ਵੀ ਨਹੀਂ ਜੀ ਮੈਂ ਤਾਂ ਰੁੱਸਿਆ ਹੋਇਆ, ਮੈਂ ਤਾਂ ਉੱਧਰ ਜਾਣਾ। ਫਿਰ ਰੁੱਸ ਕੇ ਕਿਸੇ ਦਾ ਕੀ ਫਾਇਦਾ ਹੋ ਗਿਆ? ਰੁੱਸ ਕੇ ਵੀ ਬਗਾਨਾ ਇਹੀ ਕਹੂਗਾ ਮੈਨੂੰ ਤਾਂ ਮੇਰੇ ਵਾਲਿਆਂ ਨੇ ਪਾਦੀ, ਤੁਹਾਨੂੰ ਤੁਸੀਂ ਤਾਂ ਪਾਈ ਹੋਈ ਨਹੀਂ, ਪਹਿਲਾਂ ਕਿਹੜਾ ਕਹਿ ਨਹੀਂ ਤੁਹਾਨੂੰ। ਸੋ ਗੱਲ ਇੱਥੇ ਇਹ ਹੈ, ਮੈਂ ਕਿਸੇ ਪਾਰਟੀ ਬਾਜੀ, ਸਾਰੀਆਂ ਪਾਰਟੀਆਂ ਚੰਗੀਆਂ ਨੇ, ਸਾਡੇ ਸਾਹਮਣੇ ਵੀ ਦਫ਼ਤਰ ਵਾਲੇ ਬੈਠੇ ਨੇ, ਸਾਡੇ ਸਾਈਡ ਤੇ ਵੀ ਦਫ਼ਤਰ ਵਾਲੇ ਨੇ, ਉਹ ਵੀ ਸਾਡੇ ਬਜ਼ੁਰਗ ਨੇ, ਸਾਰੇ ਅਸੀਂ ਇਕੱਠੇ ਆ। ਪਰ ਗੱਲ ਇਹ ਹੈ, ਜਥੇਬੰਦ ਹੋ ਜਾਓ, ਜਥੇਬੰਦ ਹੋ ਜਾਓ, ਇਕੱਠੇ ਹੋ ਜਾਓ। ਜੇ ਐਤਕੀ ਇਕੱਠੇ ਨਾ ਹੋਏ, ਅਗਲੇ 3 ਪਲਾਨ ਤੁਹਾਨੂੰ ਫੇਰ ਨਹੀਂ ਕਿਸੇ ਨੇ ਇਕੱਠੇ ਹੋਣ ਦੇਣਾ। ਐਤਕੀ ਲੜੀ ਗਏ, ਆਹ 5 ਸਾਲਾਂ ਨੇ ਸਾਡੀ ਹੋਰ ਐਸੀ ਦੁਰਦਸ਼ਾ ਕਰਨੀ ਹੈ ਕਿ ਅਗਲੇ 10 ਸਾਲ ਸਾਨੂੰ ਫੇਰ ਉੱਠਣ ਤੇ ਲੱਗ ਜਾਣੇ ਆ ਦੁਬਾਰੇ। ਐਤਕੀ ਸਾਡੇ ਕੋਲੇ ਵਕਤ ਵੀ ਹੈ, ਸਾਡੇ ਕੋਲੇ ਟਾਈਮ ਵੀ ਹੈ, ਸਾਡੇ ਕੋਲੇ ਬੰਦਾ ਵੀ ਹੈ ਵੀ ਜਿਹੜਾ ਖੜ ਸਕਦਾ ਹੈ, ਲੜ ਸਕਦਾ ਹੈ, ਨੁਕਸਾਨ ਵੀ ਝੱਲ ਸਕਦਾ ਹੈ। ਐਤਕੀ ਮੇਰਾ ਭਰਾ ਮੰਨ ਲਓ ਮੇਰੀ ਗੱਲ, ਐਤਕੀ ਆਪਾਂ ਰੁੱਸ ਨੂੰ ਹਟ ਜਾਈਏ, ਕਿਉਂਕਿ ਰੁੱਸ ਰਸਈਏ ਦੇ ਵਿੱਚ ਸਾਡੇ ਸਿਰ ਤੇ ਇਹੋ ਜਿਹੇ ਬੰਦੇ ਬਹਿ ਗਏ ਆ ਕੇ ਜਿਨ੍ਹਾਂ ਨੇ ਸਾਡੇ ਸਿਰ 5 ਸਾਲ ਜੁੱਤੀਆਂ ਹੀ ਮਾਰੀਆਂ। ਉਦੋਂ ਪਿਛਲੇ 5 ਸਾਲ ਵੀ ਸਾਡੀ ਐਸੀ ਹਾਲਤ ਰਹੀ, ਚਾਹੇ ਸਾਡੀ ਸਰਕਾਰ ਆਈ ਚਾਹੇ ਨਹੀਂ ਆਈ, ਸਾਡਾ ਦੁਰਵਿਵਹਾਰ ਹੀ ਰਿਹਾ। ਸੋ ਤੁਹਾਨੂੰ ਬੇਨਤੀ ਹੈ, ਕੋਈ ਬਗਾਨਾ ਤੁਹਾਡਾ ਘਰ ਠੀਕ ਕਰਨ ਨਹੀਂ ਆਊਗਾ। ਘਰ ਦਾ ਮਾਰੂ ਛਾਵੇਂ ਸਿੱਟੂ, ਬਗਾਨੇ ਬਗਾਨੀ ਹੈ, ਆਪਦੇ ਆਪਦੇ ਹੁੰਦੇ ਨੇ। ਸੋ ਇਕੱਠੇ ਹੋ ਜਾਓ ਮੇਰਾ ਵੀਰ। ਅੱਜ ਜਿੰਨੇ ਕਾਂਗਰਸੀ ਇੱਥੇ ਬੈਠੇ ਹੋ, ਜਿੰਨੇ ਮੇਰੇ ਸੀਨੀਅਰ ਲੀਡਰਸ਼ਿਪ ਮੰਗ ਖੜੀ ਹੈ, ਜਥੇਬੰਦ ਹੋ ਜਾਓ। ਰੁੱਸਣ ਰਸਾਉਣ ਵਾਲਾ ਤਾਂ 5 ਸਾਲ ਕੰਮ ਹੋਰ ਕਰੀ ਜਾਵਾਂਗੇ, ਉਦੋਂ ਰੁੱਸ ਜਾਓ ਜੀ ਨਾ ਰੁੱਸਣਾ ਹੋਇਆ। ਤਕੜੇ ਹੋ ਜਾਓ, ਇਕੱਠੇ ਹੋ ਤਾਂ ਚੌਧਰ ਹੈ। ਜਿਹੜੇ ਸਾਡੇ ਵਿਰੋਧ ਚ ਆਏ ਫਿਰਦੇ ਆ ਨਾ, ਉਹ ਸਾਡੀਆਂ ਕਮਜ਼ੋਰੀਆਂ ਇਹ ਕਰਕੇ ਤੁਰੇ ਫਿਰਦੇ ਆ। ਜੇ ਸਾਡੇ 'ਚ ਕਮਜ਼ੋਰੀਆਂ ਨਾ ਹੋਣ ਨਾ, ਸਾਡੇ ਮੂਹਰੇ ਕੋਈ ਖੜ ਨਹੀਂ ਸਕਦਾ। ਜਿੰਨੀ ਗਿਣਤੀ ਸਾਡੀ ਹੈ, ਜਿੰਨੀ ਵੋਟ ਸਾਡੀ ਹੈ, ਸਾਡੇ ਬਰਾਬਰ ਕੋਈ ਖੰਘ ਨਹੀਂ ਸਕਦਾ। ਪਰ ਕਿਉਂ ਖੰਘ ਰਹੇ ਨੇ? ਕਿਉਂਕਿ ਸਾਡੇ 'ਚ ਦਰਾੜਾ ਨੇ। ਇਕੱਠੇ ਹੋ ਜਾਓ ਮੇਰਾ ਭਰਾ। ਨਵੇਂ ਪੁਰਾਣੇ ਸੀਨੀਅਰ ਯੰਗ ਜਿੰਨੇ ਵੀ ਇੱਥੇ ਆਗੂ ਇੱਥੇ ਆਏ ਨੇ, ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਐਤਕੀ ਟਾਈਮ ਆਪਣੇ ਕੋਲੇ, ਆਹ ਟਾਈਮ ਲੰਘ ਗਿਆ, ਪਛਤਾਵਾਂਗੇ, ਬੁਰੀ ਤਰ੍ਹਾਂ ਪਛਤਾਵਾਂਗੇ, ਤੇ ਉਹ ਤੋਂ ਬਾਅਦ ਕਦੇ ਕਿਸੇ ਨੇ ਬਾਂਹ ਨਹੀਂ ਫੜਨੀ। ਮੈਨੂੰ ਤਾਂ ਜਿਹੜੀ 2 ਲੋਕ ਕਹਿਣਗੇ ਮੈਂ ਤਾਂ ਚਲੋ ਸੁਣ ਲੂੰਗਾ, ਪਰ ਤੁਹਾਨੂੰ ਜਿਹੜੀਆਂ ਕੈਨੇਡਾ ਅਮਰੀਕਾ ਤੋਂ ਲਾਹਨਤਾਂ ਪੈਣੀਆਂ ਨੇ ਉਹ ਬਹੁਤ ਪੈਣਗੀਆਂ। ਲੋਕ ਕਹਿਣਗੇ ਵੀ ਹਾਂ ਬਈ ਤੁਹਾਡਾ ਤਾਂ ਜਵਾਕ ਸੀ, ਤੁਹਾਡੇ ਤਾਂ ਇਲਾਕੇ ਦਾ ਹੀ, ਤੁਸੀਂ ਕੀ ਕੀਤਾ ਬਈ? ਚਲੋ ਕਰੋ, ਹੁਣ ਕਰਵਾਓ ਕੰਮ, ਕਰਵਾ ਲਓ ਵਿਕਾਸ। ਤਕੜੇ ਹੋ ਜਾਓ। ਮੈਂ ਤਾਂ ਸੁਣ ਲੂ ਜਿਹੜੇ 4 ਬੰਦਿਆਂ ਨੂੰ ਸੁਣਨੀਆਂ, ਤੁਸੀਂ ਵੀ ਇੱਥੇ ਰਹਿਣਾ, ਮੈਂ ਵੀ ਇੱਥੇ ਰਹਿਣਾ, ਫਿਰ ਕੱਚੇ ਹੋਇਆ ਕਰੋਗੇ, ਤੁਹਾਨੂੰ ਮੈਂ ਦੱਸਾਂ। ਠੀਕ ਹੈ ਨਾ? ਐਤਕੀ ਮੌਕਾ ਹੈ, ਇਹ ਵਾਰੀ-ਵਾਰੀ ਨਹੀਂ ਮਿਲਦਾ। ਹਰੇਕ ਪਿੰਡ ਮੈਂ ਕਹਿ ਕੇ ਆਉਣਾ ਵੀ ਜਿਹੜੇ ਲੋਕ ਤੁਹਾਡੇ ਕੋਲੇ ਗੱਲਾਂ ਕਰਦੇ ਆ ਨਾ ਵੀ ਅਸੀਂ ਐਂ ਕਰ ਦਾਂਗੇ, ਸਾਡੇ ਨਾਲ ਰਲੋ, ਕਹਿੰਦੇ ਰਲ ਜਾਂਦੇ ਆ ਬਈ, ਬਲੂਪ੍ਰਿੰਟ ਦੱਸ ਕੀ ਕਰੇਗਾ? ਨਹੀਂ ਮੈਥੋਂ ਪੁੱਛੋ, ਮੈਂ ਦੱਸੂਗਾ। ਜੇ ਮੈਂ ਨਹੀਂ ਕਹਿੰਦਾ ਵੀ ਮੈਂ ਬਹੁਤ ਘੈਂਟ ਆ, ਮੇਰੇ ਕੋਲੇ ਬਹੁਤ ਕੁਛ ਹੈ, ਮੈਂ ਲੋਕਾਂ ਦੀਆਂ ਦੁਆਵਾਂ ਹੀ ਆ, ਤੁਸੀਂ ਜਨਤਾ ਹੀ ਹੋ ਜਿਹਨੂੰ ਬਣਾਉਂਦੇ ਹੋ, ਚਾਹੇ ਉਹ ਕਿਸੇ ਵੀ ਖੇਤਰ 'ਚ, ਚਾਹੇ ਕਲਾਕਾਰੀ 'ਚ, ਚਾਹੇ ਲੀਡਰਸ਼ਿਪ 'ਚ।
ਪਰ ਗੱਲ ਇਹ ਹੈ ਜਿਨ੍ਹਾਂ ਨਾਲ ਸਾਡੇ ਬੰਦੇ ਰਲਣ ਨੂੰ ਫਿਰਦੇ ਆ, ਜਿਨ੍ਹਾਂ ਨਾਲ ਬੰਦੇ ਤੁਰਨ ਨੂੰ ਫਿਰਦੇ ਆ, ਕਦੇ ਉਹਨਾਂ ਤੋਂ ਇਹ ਪੁੱਛੋ ਕਿ ਜ਼ਿਲ੍ਹੇ ਤੋਂ ਬਾਹਰ ਤੁਹਾਨੂੰ ਕੋਈ ਜਾਣਦਾ? ਜੇ ਤੁਹਾਡੀ ਸਰਕਾਰ ਨਾ ਆਈ ਤਾਂ ਤੁਹਾਨੂੰ ਕਿੰਨਾ ਕੁ ਲੋਕ ਪੁੱਛਣਗੇ? ਇਹ ਸੋਚਣ ਵਾਲੀ ਗੱਲ ਹੈ ਜੀ। ਅੱਜ ਮਾਨਸਾ ਦਾ ਨਾਂ ਤੁਸੀਂ ਯੂਪੀ 'ਚ ਜਾ ਵੜੋ, ਹਰਿਆਣੇ 'ਚ ਜਾ ਵੜੋ, ਮੱਧ ਪ੍ਰਦੇਸ਼ 'ਚ ਜਾ ਵੜੋ, ਦਿੱਲੀ ਜਾ ਵੜੋ, ਬੰਬੇ ਜਾ ਵੜੋ, ਸਾਰੀ ਦੁਨੀਆ ਜਾਣਦੀ ਹੈ ਮਾਨਸਾ ਨੂੰ। ਤੇ ਮੇਰਾ ਨੰਬਰੀ ਕਾਰਡ ਹੈ ਜਿਹੜਾ ਮੈਂ 4 ਸਾਲਾਂ 'ਚ ਕੰਮ ਕੀਤਾ ਹੈ। ਇਹ ਮੈਂ ਕੋਈ ਆਪਦੇ ਬੰਦਿਓ ਨਹੀਂ ਕਹਿੰਦਾ। ਤੁਹਾਡੇ ਬੱਚੇ ਕੈਨੇਡਾ ਅਮਰੀਕਾ ਗਏ ਹੋਣਗੇ, ਪੁੱਛੋ ਉਹਨਾਂ ਤੋਂ ਵੀ ਮਾਨਸਾ ਨੂੰ ਜਾਣਦੇ ਹੋ? ਜਵਾਬ ਮਿਲ ਜੂਗਾ। ਇਹ 5 ਸਾਲਾਂ ਦੀ ਸਾਡੀ ਕ੍ਰੈਡੀਬਿਲਿਟੀ ਹੈ। ਆ ਜੋ ਮੈਂ 5 ਸਾਲਾਂ ਦੇ ਵਿੱਚ ਆਪਣਾ ਰਿਜ਼ਿਊਮੇ ਬਣਾਇਆ, ਆਪਦਾ ਨੰਬਰੀ ਕਾਰਡ ਬਣਾਇਆ ਜਿਹੜਾ ਮੈਂ ਤੁਹਾਡੇ ਸਾਹਮਣੇ ਖੜੀ ਕਰੀ ਖੜਾ ਵੀ ਆਹ ਭਾਈ ਮੈਂ 5 ਸਾਲਾਂ 'ਚ ਆਹ ਕੀਤਾ ਹੈ। ਆ ਜੋ ਦੂਜੇ ਨੇ, ਮੈਂ ਦੂਜਿਆਂ ਨੂੰ ਮਾੜਾ ਨਹੀਂ ਕਹਿੰਦਾ, ਪੁੱਛੋ ਜਾ ਕੇ ਕੋਈ ਮਾਨਸਾ ਤੋਂ ਬਾਹਰ ਕਿਸੇ ਨੂੰ ਕੋਈ ਜਾਣਦਾ? ਮੈਂ ਨਹੀਂ ਕਿਸੇ ਨੂੰ, ਦੂਜਿਆਂ ਨੂੰ ਮਾੜਾ ਕਹਿ ਕੇ ਆਪਦੇ ਆਪ ਨੂੰ ਚੰਗਾ ਬਣਾਉਣਾ ਸਾਰੀ ਬਣਾ ਲੈਂਦੇ ਨੇ। ਮੈਂ ਇਹ ਨਾਮ ਨਹੀਂ ਲੈ ਰਿਹਾ ਵੀ ਉਹ ਮਾੜੇ ਨੇ ਮੈਂ ਚੰਗਾ, ਸਾਰੇ ਚੰਗੇ ਨੇ। ਪਰ ਗੱਲ ਇਹ ਹੈ ਵੀ ਬੰਦੇ ਦੀ ਝੋਲੀ 'ਚ ਦਾਣੇ ਦੇਖ ਲਿਆ ਕਰੋ। ਜੇ ਆਪਸ 'ਚ ਲੜੀ ਗਏ, ਜੋ ਪਿਛਲੇ ਸਾਲ ਡਾਂਗਾ ਪਈਆਂ ਐਤਕੀ ਦੁਗਣੀਆਂ ਹੋਣਗੀਆਂ। ਜੇ ਇਕੱਠੇ ਹੋ ਗਏ ਤਾਂ ਸਾਰਾ ਕੁਝ ਠੀਕ ਹੋ ਜੂ। ਨਹੀਂ ਤਾਂ ਜਿਵੇਂ ਬਾਹਰਲੇ ਬੈਂਚ ਤੇ ਪਹਿਲਾਂ ਥਾਣੇ ਵਾਲੇ ਬਿਠਾਉਂਦੇ ਨੇ ਉਵੇਂ ਬਿਠਾਇਆ ਕਰਨਗੇ ਆਪਾਂ ਨੂੰ, ਸਰਕਾਰ ਜਿਹਦੀ ਮਰਜ਼ੀ ਹੋਵੇ। ਸੋ ਤਕੜੇ ਹੋ ਜਾਓ ਕਾਂਗਰਸੀ ਵੀਰੋ। ਬਹੁਤ ਤੁਹਾਡੇ 'ਚ ਪੋਟੈਂਸ਼ੀਅਲ ਹੈ, ਬਹੁਤ એનર્ਜੀ ਹੈ, ਬਹੁਤ ਤੁਹਾਡੇ ਕੋਲੇ ਤਾਕਤ ਹੈ ਇੱਕ ਜਿਹੜੀ ਦੂਜੇ ਲੋਕਾਂ ਕੋਲੇ ਨਹੀਂ। ਤੁਹਾਡੀ ਗਿਣਤੀ ਬਹੁਤ ਹੈ ਪਰ ਅਸੀਂ ਪਿੱਛੇ ਕਿਉਂ ਰਹੀ ਜਾਂਦੇ ਆ? ਆਪਸੀ ਫੁੱਟਾਂ ਕਰਕੇ। ਸਾਡੇ ਕੱਲੀ ਪਾਰਟੀ ਦਾ ਨਹੀਂ, ਸਾਡੇ ਜ਼ਿਲ੍ਹੇ ਦਾ ਹਾਲ ਹੋਇਆ ਪਿਆ। ਅਸੀਂ ਇੱਕ ਝੰਡੇ ਥੱਲੇ ਇਕੱਠੀ ਨਹੀਂ ਹੁੰਦੇ। ਜੇ ਅੱਜ ਇਕੱਠੇ ਨਹੀਂ ਹੋਵਾਂਗੇ ਤਾਂ ਅਗਲੇ 10 ਸਾਲ ਸਾਡਾ ਸ਼ੋਸ਼ਣ ਹੋਰ ਹੋਣਾ।